ਬਿਨ ਕਹਿਓ ਸਿਰ ਮੰਨੋ ਜ਼ਰੂਰ। ਜਦੋਂ ਇਹ ਗੱਲ ਕਹੀ ਨਾ ਜ਼ਕਰੀਆ ਖਾਂ ਨੇ ਕਿ ਮੈਂ ਆਪਣੀ ਜੁੱਤੀ ਦੇ ਨਾਲ ਤੇਰੇ ਕੇਸ ਹਨ ਉਹ ਝਾੜਾਂਗਾ, ਤੇਰੇ ਸਿਰ 'ਚ ਜੁੱਤੀਆਂ ਮਾਰਾਂਗਾ ਤਾਰੂ ਸਿਆਂ, ਤੇਰੇ ਕੇਸਾਂ ਦੀ ਬੇਅਦਬੀ ਹੈ ਜਿਹੜੀ ਮੈਂ ਕਰਾਂਗਾ। ਫਿਰ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਜ਼ਕਰੀਆ ਖਾਂ ਨੇ ਜਿਹੜਾ ਉਹ ਨਾਈਆਂ ਨੂੰ ਬੁਲਾ ਲਿਆ ਕਿ ਭਾਈ ਤਾਰੂ ਸਿੰਘ ਦੇ ਵਾਲ ਹਨ ਜਿਹੜੇ ਉਹ ਕਤਲ ਕਰ ਦਿੱਤੇ ਜਾਣ। ਦੋਹਰਾ ਤਬ ਤਾਰੂ ਸਿੰਘ ਉਸ ਕਹਿਓ ਵਹ ਜੂਤ ਤੁਮਾਰੇ ਪਾਹੇ। ਫਿਰ ਭਾਈ ਤਾਰੂ ਸਿੰਘ ਨੇ ਉਹ ਗੱਲ ਦਾ ਜਵਾਬ ਦਿੱਤਾ ਜੋ ਜ਼ਕਰੀਆ ਖਾਂ ਨੇ ਕਹੀ ਸੀ ਕਿ ਮੈਂ ਤੇਰੇ ਸਿਰ ਜੁੱਤੀਆਂ ਮਾਰਾਂਗਾ ਤਾਰੂ ਸਿਆਂ, ਤੇਰੇ ਕੇਸਾਂ ਨੂੰ ਮੈਂ ਝਾੜਾਂਗਾ ਹੁਣ। ਤੇ ਫਿਰ ਉਹ ਜਵਾਬ ਜਿਹੜਾ ਭਾਈ ਤਾਰੂ ਸਿੰਘ ਦੇਣ ਲੱਗੇ ਕਿ ਤੂੰ ਤਾਂ ਜੁੱਤੀਆਂ ਕੀ ਮਾਰਨੀਆਂ ਨੇ, ਤੈਨੂੰ ਮੈਂ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਿਜਾ ਕਰਕੇ ਸੱਚਖੰਡ ਜਾਂਦਾ ਹੋਇਆ ਤੈਨੂੰ ਨਰਕਾਂ ਦੇ ਵਿੱਚ ਸੁੱਟ ਕੇ ਜਾਵਾਂਗਾ। ਜੋ ਸਿੱਖ ਪੂਰੇ ਸਤਿਗੁਰੂ ਤਿੰਨ ਸਿਰ ਕੇਸ ਨਿਭਾਹੇ। ਹੇ ਜ਼ਕਰੀਆ ਖਾਂ, ਤੂੰ ਨਹੀਂ ਜਾਣਦਾ ਜਿਹੜੇ ਪੂਰਨ ਗੁਰਸਿੱਖ ਹੁੰਦੇ ਹਨ, ਕਰਨੀ ਵਾਲੇ ਹੁੰਦੇ ਹਨ, ਉਹਨਾਂ ਦੇ ਸਵਾਸ ਉਹਨਾਂ ਦੇ ਸਰੀਰ ਤੋਂ ਕਦੇ ਜੁਦਾ ਨਹੀਂ ਹੁੰਦੇ, ਕਦੇ ਉਹਨਾਂ ਦੇ ਕੇਸ ਉਹਨਾਂ ਤੋਂ ਦੂਰ ਨਹੀਂ ਹੁੰਦੇ। ਉਹ ਸ਼ਹੀਦ ਹੋ ਕਰਕੇ ਵੀ ਅਮਰ ਹੋ ਜਾਂਦੇ ਹਨ। ਜਿਵੇਂ ਤੂੰ ਗੱਲ ਕਰਦਾ ਹੈ ਨਾ ਕਿ ਮੈਂ ਤੇਰੇ ਕੇਸਾਂ ਦਾ ਕਤਲ ਕਰਾਂਗਾ, ਤੇਰੇ ਕੇਸਾਂ ਨੂੰ ਜਿਹੜਾ ਹੈ ਉਹ ਕੱਟ ਦੇਵਾਂਗਾ, ਜ਼ਕਰੀਆ ਖਾਂ ਜੋ ਕੁਛ ਮਰਜ਼ੀ ਕਰ ਲਾ। ਪਰ ਜੋ ਕਹਿ ਦਿੱਤਾ ਉਹ ਜੋ ਅਕਾਲ ਪੁਰਖ ਪਰਮਾਤਮਾ ਨੇ ਲਿਖਿਆ ਹੈ ਉਸੇ ਤਰ੍ਹਾਂ ਹੀ ਹੋਣਾ ਹੈ, ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ। ਚੌਪਈ ਤਬ ਨਵਾਬ ਨੇ ਨਊਏ ਲਗਾਏ। ਤਾਂ ਫਿਰ ਜ਼ਕਰੀਏ ਖਾਂ ਨੇ ਜਿਹੜਾ ਹੈ ਜੋ ਪੰਜਾਬ ਦਾ ਲਾਹੌਰ ਦਾ ਸੂਬੇਦਾਰ ਹੈ, ਉਹਨੇ ਫਿਰ ਨਊਏ ਦਾ ਭਾਵ ਨਾਈ ਬੁਲਾਏ ਹਨ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕੱਟਣ ਵਾਸਤੇ। ਉਨਕੇ ਸੰਦ ਖੁੰਡੇ ਹੋ ਆਏ। ਹੁਣ ਜਦੋਂ ਉਹ ਆਏ ਹਨ ਨਾਈ, ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਬਿਠਾ ਲਿਆ ਗਿਆ ਹੈ। ਨਾਈ ਹਨ ਜਿਹੜੇ ਆਪਣੇ ਸੰਦ ਕੈਂਚੀਆਂ ਜਾਂ ਕੁਛ ਵੀ ਹੁੰਦਾ ਹੈ ਜਿਹਦੇ ਨਾਲ ਕੇਸ ਕੱਟਦੇ ਹਨ ਉਹ ਲਿਆਏ ਹਨ, ਤੇ ਲਿਆ ਕਰਕੇ ਭਾਈ ਤਾਰੂ ਸਿੰਘ ਨੂੰ ਬਿਠਾ ਕਰਕੇ ਅੱਗੇ ਉਹ ਕੈਂਚੀਆਂ ਨਾਲ ਕੇਸ ਕੱਟਣ ਲੱਗਦੇ ਹਨ। ਤੇ ਅਕਾਲ ਪੁਰਖ ਪਰਮਾਤਮਾ ਦਾ ਜਿਹਾ ਭਾਣਾ ਵਰਤਦਾ, ਜਿਹੀ ਕਲਾ ਵਰਤਦੀ ਆ, ਉਹ ਕੈਂਚੀਆਂ ਹਨ ਜਿਹੜੀਆਂ ਖੁੰਡੀਆਂ ਹੋ ਜਾਂਦੀਆਂ ਹਨ, ਭਾਵ ਟੇਢੀਆਂ ਹੋ ਜਾਂਦੀਆਂ ਹਨ, ਕੱਟ ਹੀ ਨਹੀਂ ਸਕੀਆਂ ਕੇਸਾਂ ਨੂੰ। ਜਿਮ ਜਿਮ ਨਊਏ ਫੇਰ ਲਗਾਵੇ। ਕਹਿੰਦੇ ਜਿਵੇਂ ਜਿਵੇਂ ਉਹ ਨਾਈ ਹਨ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗਦੇ ਹਨ, ਉਹ ਉਹਨਾਂ ਦੇ ਜਿਹੜੇ ਸੰਦ ਹਨ ਉਹਨਾਂ ਦੇ ਹੱਥ ਵਿੱਚ ਫੜੇ ਹੋਏ ਉਹ ਕੰਮ ਹੀ ਨਹੀਂ ਕਰਦੇ ਬਿਲਕੁਲ। ਤਿਮ ਤਿਮ ਉਹਨੂੰ ਹੱਥ ਭਾੜੇ ਪਾਵੇ। ਜਿਵੇਂ ਜਿਵੇਂ ਉਹ ਕੋਸ਼ਿਸ਼ ਕਰਦੇ ਹਨ, ਕਿਉਂਕਿ ਹੁਣ ਸੂਬੇ ਦਾ ਹੁਕਮ ਹੈ, ਜ਼ਕਰੀਆ ਖਾਂ ਦਾ ਹੁਕਮ ਹੈ ਕਿ ਇਸ ਤਾਰੂ ਸਿੰਘ ਦੇ ਕੇਸ ਕੱਟਣੇ ਨੇ। ਹੁਣ ਉਹਨਾਂ ਨੇ ਹੁਕਮ ਪਾ ਕਰਕੇ ਨਾਈਆਂ ਨੇ ਉਹੀ ਕਰਨਾ ਹੈ ਜੋ ਉਹਨਾਂ ਨੇ ਕਿਹਾ, ਕਿਉਂਕਿ ਉਹਨਾਂ ਨੂੰ ਵੀ ਆਪਣੀ ਜਾਨ ਪਿਆਰੀ ਹੈ। ਉਹ ਕੈਂਚੀਆਂ ਲੈ ਕਰਕੇ ਜਿਹੜਾ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗਦੇ ਹਨ, ਪਰ ਕੈਂਚੀਆਂ ਦੇ ਮੂੰਹ ਮੁੜ ਜਾਂਦੇ ਹਨ, ਕੱਟੇ ਨਹੀਂ ਜਾਂਦੇ ਕੇਸ। ਤੇ ਬਾਅਦ ਵਿੱਚ ਕੀ ਹੁੰਦਾ ਹੈ, ਜਿੰਨੀ ਵਾਰ ਉਹ ਕੈਂਚੀ ਲੈ ਕਰਕੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗਦੇ ਹਨ, ਉਹਨਾਂ ਦੇ ਹੱਥ ਹਨ ਜਿਹੜੇ ਕੰਮ ਹੀ ਨਹੀਂ ਕਰਦੇ। ਜਿਮ ਜਿਮ ਨਊ ਨਵਾਬ ਡਰਾਵੇ। ਕਹਿੰਦੇ ਜਿਵੇਂ ਜਿਵੇਂ ਅੱਗੇ ਹੋ ਕਰਕੇ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਹੱਥ ਕੰਬਦੇ ਹਨ ਉਹਨਾਂ ਦੇ, ਕੁਛ ਨਜ਼ਰ ਹੀ ਨਹੀਂ ਆਉਂਦਾ। ਜਿਹੜਾ ਅਕਾਲ ਪੁਰਖ ਪਰਮਾਤਮਾ ਨੇ ਭਾਣਾ ਵਰਤਾਉਣਾ ਸੀ ਉਹ ਵਰਤਾ ਰਹੇ ਹਨ, ਆਪਣੇ ਗੁਰਸਿੱਖ ਦੀ ਲਾਜ ਹੈ ਜਿਹੜੀ ਰੱਖਦੇ ਪਏ ਹਨ। ਕਿਉਂਕਿ ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾ ਰਿਹਾ ਸੀ, ਪੜਾਣੇ ਦੀ ਸੰਗਤ ਨੇ ਜਿਹੜਾ ਹੈ, ਪੜਾਣੇ ਨਗਰ ਦੀ ਸੰਗਤ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਕਿ ਅਸੀਂ ਲਾਹੌਰ ਜਾ ਕਰਕੇ ਸ਼ਹੀਦੀ ਜਾਮ ਪੀਣਾ ਹੈ, ਸਾਨੂੰ ਰੋਕਿਆ ਨਾ ਜਾਵੇ। ਅਸੀਂ ਉੱਥੇ ਜਾ ਕਰਕੇ ਆਪਣੇ ਦੇਹ ਦਾ ਠੀਕਰਾ ਹੈ ਜਿਹੜਾ ਜ਼ਕਰੀਆ ਖਾਂ ਦੇ ਸਿਰ ਭੰਨਣਾ ਹੈ, ਅਸੀਂ ਜਿਹੜਾ ਲਾਹੌਰ ਜਾਣਾ ਹੈ, ਸਾਨੂੰ ਰੋਕਿਆ ਨਾ ਜਾਵੇ। ਤੇ ਇੱਕੋ ਗੱਲ ਕਹੀ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਤੁਰਨ ਲੱਗਿਆ ਕਿ ਇਹ ਸਾਧ ਸੰਗਤ ਜੀ ਇੱਕੋ ਅਰਦਾਸ ਕਰਨੀ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਕਿ ਮੇਰੀ ਸਿੱਖੀ ਹੈ ਜਿਹੜੀ ਸਵਾਸਾਂ ਸਹਿਤ ਨਿਭ ਜਾਵੇ। ਹੁਣ ਉਹ ਜਿਹੜੀ ਅਰਦਾਸ ਕਬੂਲ ਹੋਈ ਤੇ ਉਹ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਆਪ ਸਹਾਈ ਹੋਇਆ ਹੈ ਆ ਕਰਕੇ। ਤਿਮ ਤਿਮ ਨਊਆਂ ਨੂੰ ਹੱਥ ਕੰਪਾਵੇ। ਕਹਿੰਦੇ ਨਾਈਆਂ ਦੇ ਹੱਥ ਕੰਬਦੇ ਹਨ, ਕੈਂਚੀਆਂ ਫੜੀਆਂ ਨਹੀਂ ਜਾਂਦੀਆਂ, ਕੇਸ ਹਨ ਕੱਟੇ ਨਹੀਂ ਜਾ ਰਹੇ। ਕਲਾ ਖਾਲਸੇ ਤਬ ਐਸੀ ਕਈ। ਐਸੀ ਖਾਲਸੇ ਦੀ ਕਲਾ ਵਰਤੀ ਹੈ ਜੋ ਸਾਧ ਸੰਗਤ ਨੇ ਮਿਲ ਕਰਕੇ ਅਕਾਲ ਪੁਰਖ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਬੇਨਤੀ ਕੀਤੀ
ਕਿ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਇਸ ਭਾਈ ਤਾਰੂ ਸਿੰਘ ਗੁਰਸਿੱਖ ਦੀ ਜਿਹੜੀ ਜੀਵਨ ਹੈ ਜਿਹੜਾ ਇਹਨਾਂ ਦਾ ਸਫਲ ਹੋ ਜਾਵੇ, ਸਿੱਖੀ ਇਹਨਾਂ ਦੀ ਸਵਾਸਾਂ ਸਹਿਤ ਨਿਭ ਜਾਵੇ। ਉਹ ਬਚਨ ਹਨ ਜਿਹੜੇ ਪੂਰਨ ਹੋ ਰਹੇ ਹਨ। ਨਉ ਅਨੰਦ੍ਰਿਸ਼ਟ ਮੰਦ ਤਬ ਭਈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਵਾਲ ਕੱਟਣ ਵਾਲੇ ਜਿਹੜੇ ਨਾਈ ਹਨ ਅੰਨੇ ਹੋ ਗਏ ਹਨ। ਹੱਥ ਉਹਨਾਂ ਦੇ ਕੰਬਦੇ ਹਨ, ਕੈਂਚੀ ਉਹਨਾਂ ਤੋਂ ਫੜੀ ਨਹੀਂ ਜਾਂਦੀ, ਕੈਂਚੀਆਂ ਦੇ ਮੂੰਹ ਮੁੜੇ ਹਨ, ਕੇਸ ਕੱਟੇ ਨਹੀਂ ਜਾ ਰਹੇ, ਉੱਤੋਂ ਉਹਨਾਂ ਨੂੰ ਝਿੜਕਾਂ ਪੈ ਰਹੀਆਂ ਹਨ। ਨਵਾਬ ਕਹਿਓ ਇਨ ਜਾਦੂ ਚਲਾਇਆ। ਨਵਾਬ ਹੈ ਜਿਹੜਾ ਰੋਬ ਮਾਰਦਾ ਹੈ, ਨਾਈਆਂ ਨੂੰ ਝਿੜਕਦਾ ਹੈ ਕਿ ਤੁਸੀਂ ਕੱਟਦੇ ਕਿਉਂ ਨਹੀਂ, ਕਿਉਂ ਤੁਸੀਂ ਅੱਗੇ ਹੋ ਕਰਕੇ ਫਿਰ ਪਿੱਛੇ ਮੁੜ ਆਉਂਦੇ ਹੋ, ਕੈਂਚੀਆਂ ਤੁਹਾਡੇ ਹੱਥ ਵਿੱਚ ਨੇ, ਫੜੋ ਤੇ ਇਸ ਤਾਰੂ ਸਿੰਘ ਦੇ ਕੇਸ ਹਨ ਉਹ ਕੱਟ ਦੇਵੋ। ਕਹਿ ਨਉਨ ਕਛ ਲੱਖ ਦਿਵਾਇਆ। ਜ਼ਕਰੀਆ ਖਾਂ ਸੋਚਣ ਲੱਗਿਆ ਇਹ ਨਾਈ ਤਾਂ ਕਿਸੇ ਕੰਮ ਦੇ ਨਹੀਂ, ਲੱਗਦਾ ਹੈ ਕਿ ਇਹ ਨਾਈ ਹਨ ਜਿਹੜੇ ਵੇਖ ਚੁੱਕੇ ਹਨ, ਕਿਉਂਕਿ ਜ਼ਕਰੀਆ ਖਾਂ ਵਾਰ-ਵਾਰ ਕਹਿ ਰਿਹਾ ਸੀ ਨਾਈਆਂ ਨੂੰ, ਪਰ ਨਾਈ ਵੀ ਕੀ ਕਰਨ। ਨਾਈ ਕੋਸ਼ਿਸ਼ ਕਰਦੇ ਹਨ ਪਰ ਅਕਾਲ ਪੁਰਖ ਪਰਮਾਤਮਾ ਦੀ ਕਲਾ ਹੀ ਅਜਿਹੀ ਵਰਤ ਰਹੀ ਹੈ ਕਿ ਉਹ ਹੱਥ ਹੀ ਨਹੀਂ ਪਾ ਰਹੇ। ਅਬ ਲਿਆਵ ਮੋਚੀ ਦੋ ਚਾਰ। ਜ਼ਕਰੀਆ ਖਾਂ ਕਹਿਣ ਲੱਗਿਆ ਨਾਈ ਵਿਕ ਗਏ ਹਨ, ਕਿਉਂਕਿ ਜ਼ਕਰੀਆ ਖਾਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਤਾਰੂ ਸਿੰਘ ਨੇ ਕਹਿ ਦਿੱਤਾ ਹੋਣਾ ਇਹਨਾਂ ਨਾਈਆਂ ਨੂੰ ਕਿ ਮੈਂ ਤੁਹਾਨੂੰ ਕੋਈ ਪੈਸਾ ਧੇਲਾ ਦੇ ਦੇਵਾਂਗਾ, ਮੇਰੇ ਕੇਸ ਨਾ ਕੱਟੋ। ਵਿਕ ਗਏ ਹੋਣਗੇ ਨਾਈ, ਤਾਂ ਕਰਕੇ ਤਾਂ ਅੱਗੇ ਹੋ ਕਰਕੇ ਜਿਹੜਾ ਕੇਸ ਨਹੀਂ ਕੱਟਦੇ ਪਏ। ਫਿਰ ਜ਼ਕਰੀਆ ਖਾਂ ਨੇ ਕਿਹਾ ਕਿ ਇਹ ਨਾਈ ਕਿਸੇ ਕੰਮ ਦੇ ਨਹੀਂ ਹਨ, ਹੁਣ ਜਿਹੜੇ ਉਹਨਾਂ ਰੰਬੀਆਂ ਲੈ ਕਰਕੇ ਆਓ ਤਾਂ ਜੋ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਜਿਹੜਾ ਹੈ ਉਹ ਖੋਪਰ ਉਤਾਰ ਦਿੱਤਾ ਜਾਵੇ। ਖੋਪਰੀ ਸਾਥ ਦੇਹੁ ਬਾਲ ਉਤਾਰ। ਕਹਿੰਦੇ ਮੋਚੀਆਂ ਨੂੰ ਸੱਦਿਆ ਜਾਵੇ। ਹੁਣ ਮੋਚੀ ਆਉਣਗੇ ਜਿਹੜੇ ਜੁੱਤੀਆਂ ਗੰਢਣ ਵਾਲੇ ਹਨ, ਮੋਚੀ ਆ ਕਰਕੇ ਹੀ ਹੁਣ ਇਸ ਤਾਰੂ ਸਿੰਘ ਦਾ ਖੋਪਰ ਲਾਉਣਗੇ। ਤਬ ਸਿੰਘ ਜੀ ਬਹੁ ਭਲੀ ਮਨਾਈ। ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਸ਼ੁਕਰ ਕੀਤਾ ਉਸ ਅਕਾਲ ਪੁਰਖ ਪਰਮਾਤਮਾ ਦਾ, ਕਿਉਂਕਿ ਪਹਿਲਾਂ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨ ਲੱਗਿਆ ਸੀ ਜ਼ਕਰੀਆ ਖਾਂ, ਕਤਲ ਕਰਨ ਲੱਗਿਆ ਸੀ ਉਹਨਾਂ ਦੇ ਕੇਸਾਂ ਨੂੰ। ਭਾਈ ਸਾਹਿਬ ਭਾਈ ਤਾਰੂ ਸਿੰਘ ਹਨ, ਜਦੋਂ ਉਹਨਾਂ ਨੇ ਗੱਲ ਸੁਣੀ ਜ਼ਕਰੀਏ ਖਾਂ ਦੀ ਕਿ ਹੁਣ ਮੋਚੀ ਆਉਣਗੇ, ਮੋਚੀ ਆ ਕਰਕੇ ਜਿਹੜਾ ਹੈ ਇਸ ਤਾਰੂ ਸਿੰਘ ਦੀ ਉਹ ਖੋਪਰੀ ਲਾਉਣਗੇ, ਭਾਈ ਤਾਰੂ ਸਿੰਘ ਨੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਮੇਰੀ ਹੁਣ ਜਿਹੜੀ ਸਿੱਖੀ ਹੈ ਉਹਦੀ ਲਾਜ ਰਹਿ ਜਾਏਗੀ, ਮੇਰੇ ਕੇਸ ਕੇ ਕਤਲ ਹੋਣੋਂ ਬਚ ਜਾਣਗੇ। ਤਬ ਸਿੰਘ ਜੀ ਬਹੁ ਭਲੀ ਮਨਾਈ। ਭਾਈ ਤਾਰੂ ਸਿੰਘ ਜੀ ਨੇ ਬੜਾ ਭਲਾ ਮਨਾਇਆ ਉਸ ਅਕਾਲ ਪੁਰਖ ਪਰਮਾਤਮਾ ਦਾ। ਸਾਥ ਕੇਸਨ ਕੇ ਖੋਪਰੀ ਜਾਈ। ਸ਼ੁਕਰ ਕਰਦੇ ਹਨ ਪਰਮਾਤਮਾ ਦਾ ਕਿ ਮੇਰੇ ਹੁਣ ਜਿਹੜੇ ਕੇਸ ਹਨ ਮੇਰੀ ਖੋਪਰੀ ਦੇ ਸਮੇਤ ਜਾਣਗੇ, ਮੇਰੇ ਕੇਸਾਂ ਦੀ ਬੇਅਦਬੀ ਨਹੀਂ ਹੋਏਗੀ। ਜਿਹੜਾ ਮੈਂ ਬਚਨ ਕਹਿ ਦਈਏ ਜੋ ਅਕਾਲ ਪੁਰਖ ਪਰਮਾਤਮਾ ਅੱਗੇ ਜੋ ਅਰਜ਼ੋਈ ਕੀਤੀ ਸੀ ਕਿ ਮੇਰੀ ਜਿਹੜੀ ਸਿੱਖੀ ਹੈ ਸਵਾਸਾਂ ਸਹਿਤ ਹੈ ਜਿਹੜੀ ਉਹ ਨਿਭ ਜਾਵੇ, ਤੇ ਹੁਣ ਕੇਸਾਂ ਦੇ ਸਮੇਤ ਨਿਭਣੀ ਹੈ ਉਹ। ਹੁਣ ਮੇਰੀ ਖੋਪਰੀ ਦੇ ਨਾਲ ਮੇਰੇ ਕੇਸ ਵੀ ਜਾਣੇ ਹਨ। ਤੋ ਪੀ ਹਮਰ ਬਚਨ ਰਹਾਈ। ਉਸ ਅਕਾਲ ਪੁਰਖ ਪਰਮਾਤਮਾ ਨੇ ਸਾਡੀ ਅਰਦਾਸ ਬੇਨਤੀ ਕਬੂਲ ਕੀਤੀ ਹੈ। ਹੁਣ ਜੇਕਰ ਸਾਡੇ ਕੇਸਾਂ ਦੀ ਇਹ ਬੇਅਦਬੀ ਕਰਦਾ, ਸਾਡੇ ਉਹ ਜਿਹੜੇ ਅਸੀਂ ਜੋ ਅਕਾਲ ਪੁਰਖ ਪਰਮਾਤਮਾ ਅੱਗੇ ਅਰਜ਼ੋਈ ਕੀਤੀ ਸੀ ਉਹ ਸਾਡੀ ਅਧੂਰੀ ਰਹਿ ਜਾਣੀ ਸੀ, ਪਰ ਅਕਾਲ ਪੁਰਖ ਪਰਮਾਤਮਾ ਨੇ ਕਲਾ ਵਰਤਾਈ, ਸਾਡੇ ਜਿਹੜੇ ਉਹ ਅਸੀਂ ਅਰਦਾਸ ਕੀਤੀ ਸੀ ਕਬੂਲ ਹੋਈ ਹੈ। ਹੁਣ ਜਿਹੜੀ ਸਾਡੀ ਕੇਸਾਂ ਦੇ ਨਾਲ ਨਾਲ ਸਾਡਾ ਖੋਪਰ ਵੀ ਉਤਾਰ ਦਿੱਤਾ ਜਾਵੇਗਾ, ਸਾਨੂੰ ਇਹਦੇ ਵਿੱਚ ਕੋਈ ਦੁੱਖ ਨਹੀਂ ਹੈ। ਸਿੱਖੀ ਕੀ ਗੁਰ ਪੈਜ ਰਖਾਈ। ਅਕਾਲ ਪੁਰਖ ਪਰਮਾਤਮਾ ਨੇ ਸਿੱਖੀ ਦੀ ਪੈਜ ਰੱਖ ਲਈ ਹੈ। ਅਕਾਲ ਅਕਾਲ ਸਿੰਘ ਜਾਪ ਉਚਾਰੇ। ਬੜੇ ਖੁਸ਼ ਹੋਏ ਹਨ ਭਾਈ ਤਾਰੂ ਸਿੰਘ ਜੀ। ਕੋਈ ਦੁੱਖ ਨਹੀਂ ਉਹਨਾਂ ਨੂੰ ਕਿ ਪਹਿਲਾਂ ਤਾਂ ਕੇਸ ਹੀ ਕੱਟੇ ਜਾਣੇ ਸਨ, ਹੁਣ ਤਾਂ ਖੋਪਰ ਵੀ ਉਤਾਰਿਆ ਜਾਣਾ ਹੈ। ਕੋਈ ਦੁੱਖ ਨਹੀਂ ਉਹਨਾਂ ਨੂੰ, ਸਗੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੁਜਾਉਂਦੇ ਹਨ। ਸੁਣ ਨਵਾਬ ਮੁੰਦੇ ਕੰਨ ਸਾਰੇ। ਜਦੋਂ ਹੁਣ ਉੱਥੇ ਭਾਈ ਤਾਰੂ ਸਿੰਘ ਜੀ ਖੁਸ਼ ਹੋ ਕਰਕੇ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦਿਆਂ ਹੋਇਆਂ ਸਤਿ ਸ਼੍ਰੀ ਅਕਾਲ ਦੇ ਜਿਹੜੇ ਜੈਕਾਰੇ ਹਨ ਗੁਜ਼ਾਰੇ ਹਨ, ਤੇ ਇਹ ਜਿਹੜੀ ਆਵਾਜ਼ ਹੈ ਜਦੋਂ ਇਹਨਾਂ ਪਾਪੀਆਂ ਦੇ ਜ਼ੁਲਮਾਂ ਦੇ ਕੰਨਾਂ ਵਿੱਚ ਪਈ, ਇਹਨਾਂ ਨੇ ਆਪਣੇ ਕੰਨਾਂ ਵਿੱਚ ਉਂਗਲੀਆਂ ਲੈ ਲਈਆਂ ਹਨ।
ਤਬ ਨਵਾਬ ਬਹੁ ਕ੍ਰੋਧੇ ਭਰਾ। ਤਬ ਨਵਾਬ ਬਹੁ ਕ੍ਰੋਧੇ ਭਰਾ, ਤੇ ਨਵਾਬ ਸੀ ਜਿਹੜਾ ਜ਼ਕਰੀਆ ਖਾਂ ਬੜਾ ਗੁੱਸੇ ਵਿੱਚ ਆ ਗਿਆ। ਸੋ ਹੁਕਮ ਉਨ ਮੋਚੀਆਂ ਕਰਾ। ਫਿਰ ਉਹਨੇ ਮੋਚੀਆਂ ਨੂੰ ਜਿਹੜਾ ਸੱਦੇ ਸਨ ਮੋਚੀ, ਉਹਨਾਂ ਮੋਚੀਆਂ ਨੂੰ ਕਿਹਾ ਹੈ ਕਿ ਤਾਰੂ ਸਿੰਘ ਦਾ ਖੋਪਰ ਲਾ ਦੇਵੋ। ਇਸ ਕੀ ਖੋਪਰੀ ਸਾਥੇ ਬਾਲ। ਕਹਿੰਦੇ ਸਮੇਤ ਕੇਸਾਂ ਦੇ ਸਮੇਤ ਵਾਲਾਂ ਦੇ ਇਹਦਾ ਜਿਹੜਾ ਖੋਪਰ ਹੈ ਉਤਾਰ ਦੇਣਾ ਕਰੋ। ਕਾਟ ਉਤਾਰ ਰੰਬੀ ਨਾਲ। ਕਹਿੰਦੇ ਜਿਹੜੀ ਰੰਬੀ ਹੁੰਦੀ ਹੈ ਇਹਨਾਂ ਦੇ ਪਾਸ ਬੜੀ ਤਿੱਖੀ ਹੁੰਦੀ ਹੈ ਮੋਚੀਆਂ ਕੋਲੇ, ਕਿਉਂਕਿ ਪੱਥਰ ਤੇ ਘਸਾ ਕਰਕੇ ਜਿਹੜਾ ਇਹਨੂੰ ਤਿੱਖੀ ਕਰਦੇ ਹਨ, ਚਮੜਾ ਕੱਟਣਾ ਹੁੰਦਾ ਹੈ ਉਹਦੇ ਨਾਲ, ਚਮੜੇ ਦੀ ਵੱਢ ਟੋਕ ਕਰਦੇ ਹਨ ਉਸ ਰੰਬੀ ਨਾਲ। ਤੇ ਹੁਣ ਇਹਨਾਂ ਜ਼ਾਲਮਾਂ ਨੇ, ਇਹਨਾਂ ਮੋਚੀਆਂ ਨੇ ਜ਼ਕਰੀਏ ਖਾਂ ਦਾ ਆਦੇਸ਼ ਪਾ ਕਰਕੇ ਉਸ ਰੰਬੀ ਨੂੰ ਤਿੱਖਿਆਂ ਕੀਤਾ ਹੈ। ਤਬੈ ਕਸਾਇਨ ਵੈਸੀ ਕਰੀ। ਕਹਿੰਦੇ ਉਹਨਾਂ ਮੋਚੀਆਂ ਨੇ ਰੰਬੀ ਹੈ ਜਿਹੜੀ ਤਿੱਖੀ ਕੀਤੀ ਹੈ, ਘਸਾ ਕਰਕੇ ਬੜੀ ਤਿੱਖੀ ਬਲੇਟ ਵਰਗੀ ਕਰ ਲਈ, ਤੇ ਜਾ ਕਰਕੇ ਭਾਈ ਤਾਰੂ ਸਿੰਘ ਦੇ ਮੱਥੇ ਵਿੱਚ ਧਸਾ ਦਿੱਤੀ ਹੈ। ਕਰ ਪੈਨੀ ਸਿਰ ਰੰਬੀ ਧਰੀ। ਕਰ ਪੈਨੀ ਸਿਰ ਰੰਬੀ ਧਰੀ। ਪੈਨੀ ਦਾ ਭਾਵ ਹੈ ਤਿੱਖੀ, ਇੰਨੀ ਕੁ ਤਿੱਖੀ ਕਰ ਲਈ ਕਿ ਉਹਨੂੰ ਹੱਥ ਵੀ ਨਹੀਂ ਲੱਗਦਾ, ਹੱਥ ਲੱਗਦਿਆਂ ਚੀਰਦੀ ਹੈ ਰੰਬੀ ਹੱਥ। ਕਹਿੰਦੇ ਰੰਬੀ ਹੈ ਜਿਹੜੀ ਇਹਨਾਂ ਨੇ ਤਿੱਖੀ ਕਰ ਕਰਕੇ ਇੰਨੀ ਕੁ ਬਲੇਟ ਵਰਗੀ ਤਿੱਖੀ ਕਰ ਲਈ ਕਿ ਉਹ ਵੱਢਦੀ ਹੀ ਜਾ ਰਹੀ ਹੈ। ਭਾਈ ਤਾਰੂ ਸਿੰਘ ਦੇ ਮੱਥੇ ਤੇ ਰੱਖ ਕਰਕੇ ਇਹਨਾਂ ਨੇ ਅੰਦਰ ਧਸਾ ਦਿੱਤੀ। ਦੋਹਰਾ ਪੈਨੀ ਥੀ ਰੰਬੀ ਕਰੀ। ਧਰ ਮੱਥੇ ਉਦਈ ਦਬਾਈ। ਕਹਿੰਦੇ ਇਹਨਾਂ ਮੋਚੀਆਂ ਨੇ ਜਿਹੜਾ ਹੈ ਰੰਬੀ ਨੂੰ ਤਿੱਖੀ ਕਰਕੇ ਭਾਈ ਤਾਰੂ ਸਿੰਘ ਦੇ ਮੱਥੇ ਦੇ ਐਣ ਵਿਚਕਾਰ ਰੱਖ ਕੇ ਉਹ ਮੱਥੇ ਦੇ ਚਾਰੋਂ ਪਾਸੇ ਫੇਰ ਦਿੱਤੀ ਹੈ। ਮੱਥੇ ਤੇ ਕੰਨਾਂ ਤਾਈ ਗਿੱਚਿਆਂ ਦਈ ਪੁਟਾਈ। ਕਹਿੰਦੇ ਮੱਥੇ ਵਿੱਚ ਉਹਨਾਂ ਨੇ ਧਸਾਈ ਹੈ ਰੰਬੀ, ਤੇ ਮੱਥੇ ਤੋਂ ਕੰਨਾਂ ਤੱਕ ਲੈ ਕਰਕੇ ਗਏ ਹਨ। ਭਾਵ ਪਹਿਲਾਂ ਮੱਥੇ ਵਿੱਚ ਮਾਰੀ, ਮੱਥੇ ਤੋਂ ਮਾਰ ਕਰਕੇ ਰੰਬੀ ਹੈ ਜਿਹੜੀ ਕੰਨ ਤੇ ਕੰਨ ਦੇ ਪਿੱਛੇ ਜਾ ਕਰਕੇ ਗਿੱਚੀ ਤੱਕ ਗਏ ਹਨ। ਇਸੇ ਤਰ੍ਹਾਂ ਦੂਜੇ ਪਾਸੇ ਵੀ ਜਦੋਂ ਮੱਥੇ ਵਿੱਚ ਮਾਰ ਕਰਕੇ ਕੰਨ ਦੇ ਪਿੱਛੇ ਜਾ ਕਰਕੇ ਗਿੱਚੀ ਤੱਕ ਪਹੁੰਚੇ ਹਨ। ਚੌਪਈ ਸਿੰਘ ਜੀ ਮੁਖ ਤੇ ਸੀ ਨਾ ਕਰੀ। ਇਸ ਤਰ੍ਹਾਂ ਰੰਬੀ ਮਾਰੀ ਗਈ ਹੈ ਕਿ ਜਿਹੜਾ ਮੱਥੇ ਤੋਂ ਮਾਰ ਕਰਕੇ ਗਿੱਚੀ ਤੱਕ ਗਏ ਹਨ, ਕੰਨਾਂ ਦੇ ਪਿੱਛੇ ਦੀ ਹੁੰਦਿਆਂ ਹੋਇਆਂ, ਕਿ ਜਿਹੜਾ ਖੋਪਰ ਹੈ ਇਹਨਾਂ ਦਾ ਲੈ ਜਾਵੇ, ਕੇਸਾਂ ਦੇ ਸਮੇਤ ਜਿਹੜਾ ਖੋਪਰ ਹੈ ਉਹ ਲੈ ਜਾਵੇ। ਤੇ ਹੁਣ ਭਾਈ ਸਾਹਿਬ ਲਿਖਦੇ ਹਨ, ਸਿੰਘ ਜੀ ਹਨ ਜਿਹੜੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਖੋਪਰ ਉਤਾਰਿਆ ਜਾ ਰਿਹਾ ਹੈ। ਕੋਈ ਹਾਏ ਨਹੀਂ ਕਰਦੇ, ਕੋਈ ਸੀ ਨਹੀਂ ਕਰਦੇ, ਬਸ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ। ਧੰਨ ਧੰਨ ਗੁਰਮੁਖ ਕਹਿਣੀ ਸਰੀ। ਕਹਿੰਦੇ ਧੰਨ ਹਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਸੀ ਤੱਕ ਨਹੀਂ ਕੀਤੀ, ਹਾਏ ਤੱਕ ਨਹੀਂ ਕੀਤੀ। ਰੰਬੀ ਨਾਲ ਉਹ ਜ਼ਾਲਮ ਹੈ ਜਿਹੜਾ ਉਹ ਖੋਪਰੀ ਉਤਾਰ ਰਿਹਾ ਹੈ, ਪਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਅਡੋਲ ਹੋ ਕਰਕੇ ਜਪਜੀ ਸਾਹਿਬ ਦਾ ਪਾਠ ਪੜ੍ਹੀ ਜਾ ਰਹੇ ਹਨ। ਹਕਾਰੂ ਦੇਖ ਲੋਕ ਬਹੁ ਭਰੇ। ਜਿਹੜੇ ਲੋਕ ਸਨ ਆਸ-ਪਾਸ ਖੜੇ ਹੋਏ, ਜਿਨ੍ਹਾਂ ਨੂੰ ਪਤਾ ਲੱਗਾ ਸੀ ਕਿ ਐਸੇ ਜ਼ਾਲਮ ਜਿਹੜੇ ਹਨ ਉਹ ਜ਼ੁਲਮ ਕਰਦੇ ਪਏ ਹਨ ਭਾਈ ਤਾਰੂ ਸਿੰਘ ਉੱਪਰ, ਉਹ ਵੇਖਣ ਆਏ ਹਨ ਤੇ ਵੇਖ ਕਰਕੇ ਹੈਕਾਰੇ ਰਹਿ ਗਏ ਹਨ, ਭਾਵ ਹੈਰਾਨ ਹੱਕੇ ਬੱਕੇ ਰਹਿ ਗਏ ਹਨ। ਜੋ ਸੋ ਸੁਨੈ ਸੋ ਹੈ ਕਰੇ। ਜਿਹੜਾ ਵੀ ਸੁਣਦਾ ਹੈ, ਜਿਹੜਾ ਵੀ ਦੇਖਦਾ ਹੈ, ਹਾਏ ਹਾਏ ਕਰਦਾ ਹੈ। ਐਡਾ ਵੱਡਾ ਪਾਪ ਕਮਾਇਆ ਇਹਨਾਂ ਪਾਪੀਆਂ ਨੇ। ਜਿਉਂਦੇ ਹੋਏ ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਦਿੱਤਾ ਰੰਬੀ ਮਾਰ ਕਰਕੇ, ਜਿਉਂਦਿਆਂ ਦਾ ਹੀ ਖੋਪਰ ਉਤਾਰ ਦਿੱਤਾ। ਇਸ ਤਰ੍ਹਾਂ ਜੋ ਵੀ ਸੁਣਦਾ ਹੈ, ਜਿਹੜਾ ਵੀ ਵੇਖਦਾ ਹੈ, ਆ ਕਰਕੇ ਹਾਹਾਕਾਰ ਮਚਾ ਉੱਠਦਾ ਹੈ। ਲੋਕ ਸਿਆਣੇ ਐਸੇ ਕਹੈ। ਜਿਹੜੇ ਹੁਣ ਉੱਥੇ ਸਿਆਣੇ ਲੋਕ ਆਏ ਸਨ ਵੇਖਣ, ਉਹ ਇਸ ਤਰ੍ਹਾਂ ਕਹਿੰਦੇ ਹਨ, ਪਤਸ਼ਾਹੀ ਇਨ ਕੀ ਨਰ ਹੈ। ਸਿਆਣੇ ਹਨ ਜਿਹੜੇ ਉੱਥੇ ਵੇਖਣ ਆਏ ਬਜ਼ੁਰਗ, ਉਹ ਕਹਿੰਦੇ ਹਨ ਕਿ ਹੁਣ ਇਹਨਾਂ ਪਾਪੀਆਂ ਦਾ ਜਿਹੜਾ ਘੜਾ ਹੈ ਉਹ ਭਰ ਚੁੱਕਿਆ ਹੈ, ਇਹਨਾਂ ਦਾ ਅੰਤਿਮ ਸਮਾਂ ਆ ਗਿਆ। ਬਥੇਰੇ ਪਾਪ ਕਮਾ ਲਏ ਇਹਨਾਂ ਨੇ, ਹੁਣ ਇਹਨਾਂ ਪਾਪ ਦਾ ਘੜਾ ਭਰ ਗਿਆ ਤੇ ਹੁਣ ਇਹਨਾਂ ਦਾ ਅੰਤ ਸਮਾਂ ਆ ਗਿਆ। ਹੁਣ ਬੇੜਾ ਹੈ ਜਿਹੜਾ ਇਹਨਾਂ ਦਾ ਗਰਕ ਹੋ ਗਿਆ ਹੈ, ਹੁਣ ਇਹਨਾਂ ਦਾ ਅੰਤ ਹੋ ਜਾਵੇਗਾ। 1800 ਉੱਪਰ 2 ਸਾਲ। ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ 1802 ਬਿਕਰਮੀ, ਕਿਉਂਕਿ ਬਿਕਰਮੀ ਸੰਮਤ ਹੀ ਜਿਹੜਾ ਮੰਨਿਆ ਜਾਂਦਾ ਹੈ, ਪਰ ਈਸਵੀ ਸਨ ਹੈ ਜਿਹੜਾ ਹੁਣ ਆਉਣ ਕਰਕੇ ਈਸਵੀ ਕੈਲੰਡਰ ਅਨੁਸਾਰ ਸ਼ੁਰੂ ਹੋਇਆ।
ਭਾਈ ਰਤਨ ਸਿੰਘ ਭੰਗੂ ਜੀ ਜੋ ਗ੍ਰੰਥ ਦੇ ਲਿਖਾਰੀ ਹਨ ਕਹਿੰਦੇ ਹਨ ਕਿ ਇਹ ਜੋ ਵਾਰਤਾ ਹੈ ਜੋ ਸਾਕਾ ਵਾਪਰਿਆ ਭਾਈ ਤਾਰੂ ਸਿੰਘ ਨਾਲ ਜ਼ਕਰੀਏ ਖਾਂ ਨੇ ਜੋ ਕੀਤੀ ਇਹ 1802 ਬਿਕਰਮੀ ਦਾ ਸਮਾਂ ਹੈ। ਸਾਕਾ ਕੀਓ ਤਾਰੂ ਸਿੰਘ ਨਾਲ। ਇਹ ਜੋ ਸਾਖਾ ਹੈ ਜੋ ਜ਼ਕਰੀਆ ਖਾਂ ਨੇ ਭਾਈ ਤਾਰੂ ਸਿੰਘ ਨਾਲ ਕੀਤਾ ਉਹਨਾਂ ਦੇ ਖੋਪਰ ਉਤਾਰ ਦਿੱਤਾ। ਇਹ ਜੋ ਸਮਾਂ ਸੀ 1802 ਬਿਕਰਮੀ ਈਸਵੀ ਸਨ ਹੈ ਜਿਹੜਾ 1745 ਹੈ। 1791 ਸਾਲ। ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਹਿੰਦੇ ਕਿ 1891 ਵਿੱਚ ਮਾਫ ਕਰਨਾ 1791 ਬਿਕਰਮੀ ਵਿੱਚ ਕਹਿੰਦੇ ਅਜਿਹੇ ਹੀ ਗੁਰਸਿੱਖ ਚੜ੍ਹਦੀ ਜਵਾਨੀ ਵਾਲੇ ਹਨ ਜਿਹੜੇ ਇੱਕ ਹੋਰ ਗੁਰਸਿੱਖ ਹੋਏ ਸਨ। ਇਸੇ ਕਹੀ ਦੀ ਹਕੀਕਤ ਨਾਲ। ਕਹਿੰਦੇ ਉਹਨਾਂ ਦਾ ਹਕੀਕਤ ਨਾਮ ਰਾਏ ਨਾਮ ਸੀ ਉਹਨਾਂ ਦਾ ਹਕੀਕਤ ਰਾਏ। ਉਹ ਵੀ ਚੜ੍ਹਦੀ ਜਵਾਨੀ ਵਿੱਚ ਸਨ। ਉਹਨਾਂ ਨੇ ਵੀ ਕੋਈ ਦੋਸ਼ ਨਹੀਂ ਸੀ ਉਹਨਾਂ ਦਾ ਵੀ, ਪਰ ਉਹਨਾਂ ਉੱਪਰ ਦੋਸ਼ ਲਾ ਕਰਕੇ ਇਸ ਜ਼ਕਰੀਆ ਖਾਂ ਨੇ 1791 ਬਿਕਰਮੀ ਵਿੱਚ ਭਾਈ ਸਾਹਿਬ ਭਾਈ ਹਕੀਕਤ ਰਾਏ ਨੂੰ ਵੀ ਸ਼ਹੀਦ ਕਰਵਾ ਦਿੱਤਾ। ਤੇ ਅੱਜ